ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਰਾਹੀਂ ਪ੍ਰੋਗਰਾਮ ਇਤਿਹਾਸ ਦੇ ਪੰਨੇ ਲੈ ਕਰਕੇ ਦਾਸ ਅੱਜ ਹਾਜ਼ਰ ਹੋਇਆ ਹੈ ਜੀ। ਅੱਜ ਦੇ ਸਮੁੱਚੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਸਤਿਕਾਰਯੋਗ ਸਿੱਖ ਇਤਿਹਾਸ ਦੇ ਵਿੱਚੋਂ, ਗੁਰ ਇਤਿਹਾਸ ਦੇ ਵਿੱਚੋਂ ਮਹਾਨ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ। ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸਮੁੱਚੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਸਿੱਖ ਚੈਨਲ ਦੇ ਰਾਹੀਂ ਸਮੁੱਚੇ ਯੂਰਪ ਅੰਦਰ, ਯੂਕੇ ਦੇ ਅੰਦਰ ਵਸਦੀਆਂ ਹੋਈਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਇਤਿਹਾਸ ਇਹ ਗੱਲ ਲਿਖਦਾ ਹੈ ਕਿ ਜੈਸਲ ਭੱਟੀ, ਜਿਨ੍ਹਾਂ ਦੇ ਨਾਮ 'ਤੇ ਜੈਸਲਮੇਰ ਨਗਰ ਜਿਹੜਾ ਸੀ ਰਾਜਸਥਾਨ ਦੇ ਅੰਦਰ, ਜੈਸਲਮੇਰ ਸ਼ਹਿਰ ਜਿਹੜਾ ਸੀ ਉਹ ਵਸਾਇਆ ਗਿਆ। ਜੈਸਲ ਭੱਟੀ ਦੀ ਕੁਲ ਦੇ ਵਿੱਚੋਂ ਚੌਥੀ ਕੁਲ ਦੇ ਵਿੱਚ ਜਾ ਕਰਕੇ, ਚੌਥੀ ਪੀੜ੍ਹੀ ਦੇ ਵਿੱਚ ਜਾ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਨੌਜਵਾਨ ਹੋਇਆ ਜਿਹੜਾ ਮੈਦਾਨ ਦੇ ਜੰਗ ਦੇ ਵਿੱਚ, ਜੰਗੇ ਮੈਦਾਨ ਦੇ ਵਿੱਚ ਬਹੁਤ ਬਹਾਦਰੀ ਦੇ ਨਾਲ ਲੜਿਆ, ਜੂਝਿਆ ਔਰ ਜਿਸ ਕਰਕੇ ਉਹਦਾ ਨਾਮ ਰੰਧਾਵਾ ਜਿਹੜੀ ਅੱਜ ਪ੍ਰਚਲਿਤ ਗੋਤ ਹੈ ਉਹ ਪਿਆ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਤਿਆਗਮਲ ਤੇਗ ਬਹਾਦਰ ਨਾਮ ਜਿਹੜਾ ਸੀ ਉਹ ਕਰਤਾਰਪੁਰ ਸਾਹਿਬ ਜੀ ਦੀ ਜਿਸ ਵੇਲੇ ਚੌਥੀ ਜੰਗ ਹੋਈ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਚੌਥੀ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਬਹੁਤ ਬਹਾਦਰੀ ਦੇ ਨਾਲ ਲੜੇ ਅਤੇ ਉਹਨਾਂ ਦਾ ਜਿਹੜਾ ਤਖੱਲੁਸ ਨਾਮ ਸੀ ਉਹ ਬਹਾਦਰ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਇਸੇ ਤਰ੍ਹਾਂ ਜੈਸਲ ਭੱਟੀ ਦੀ ਜਿਹੜੇ ਰਾਜਪੂਤ ਘਰਾਣੇ ਸਨ, ਉਹਨਾਂ ਦੀ ਕੁਲ ਦੇ ਵਿੱਚੋਂ ਜਿਹੜਾ ਸੀ ਇਹ ਚੌਥੀ ਪੀੜ੍ਹੀ ਦੇ ਵਿੱਚ ਜਿਹੜਾ ਸੀ ਇਹ ਰੰਧਾਵਾ ਨਾਮ ਜਿਹੜਾ ਸੀ ਉਸ ਮਹਾਨ ਯੋਧੇ ਦਾ ਪਿਆ, ਜਿਸ ਦੀ ਕੁਲ ਨੇ ਅੱਗੇ ਆ ਕਰਕੇ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਵੱਖ-ਵੱਖ ਨਗਰ ਵਸਾਉਣਾ ਕੀਤੇ ਔਰ ਇਹ ਤਕਰੀਬਨ 1200 ਈਸਵੀ ਦੇ ਲਗਭਗ ਜਿਹੜਾ ਸੀ ਇਹ ਨਗਰ ਜਿਹੜਾ ਸੀ ਉਹਨਾਂ ਨੇ ਵਸਾਉਣਾ ਕੀਤੇ। ਪੰਜਾਬ ਦੀ ਧਰਤੀ ਦੇ ਉੱਤੇ ਆਏ। ਬਟਾਲਾ ਵਿਸ਼ੇਸ਼ ਤੌਰ 'ਤੇ ਵਸਾਇਆ ਗਿਆ। ਬਟਾਲੇ ਤੋਂ ਬਾਅਦ ਵਿੱਚ ਜਿਹੜਾ ਸੀ ਇਹਨਾਂ ਨੇ ਹੀ ਪਰਿਵਾਰ ਦੇ ਵਿੱਚੋਂ, ਰੰਧਾਵੇ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਸੀ ਉਹ ਚਵਿੰਡਾ ਦੇਵੀ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ, ਚਵਿੰਡਾ ਜਿਹੜਾ ਸੀ ਉਹ ਨਗਰ ਵਸਾਉਣਾ ਕੀਤਾ। ਚਵਿੰਡੇ ਦੇ ਵਿੱਚੋਂ ਹੀ ਇੱਕ ਜਿਹੜਾ ਸੀ ਕੱਥੂ ਨਾਮ ਦਾ ਰੰਧਾਵਾ ਜਿਹੜਾ ਸੀ ਉਹਨੇ ਚਵਿੰਡੇ ਤੋਂ ਉੱਠ ਕਰਕੇ ਲਾਗੇ ਇੱਕ ਨਗਰ ਵਸਾਉਣਾ ਕੀਤਾ ਜਿਹਨੂੰ ਅੱਜ ਕੱਥੂ ਨੰਗਲ ਆਖਿਆ ਜਾਂਦਾ ਹੈ। ਇਹਨਾਂ ਦੀ 6ਵੀਂ ਪੀੜ੍ਹੀ ਦੇ ਵਿੱਚੋਂ ਫਿਰ ਬਾਬਾ ਸੁੱਗਾ ਰੰਧਾਵਾ ਜੀ ਹੋਏ ਨੇ। ਬਾਬਾ ਸੁੱਗਾ ਰੰਧਾਵਾ ਜੀ ਜਿਹੜੇ ਸਨ ਉਹਨਾਂ ਦਾ ਵਿਆਹ ਜਿਹੜਾ ਸੀ ਉਹ ਮਾਤਾ ਗੌਰਾਂ ਜੀ ਦੇ ਨਾਲ ਹੋਇਆ। ਮਾਤਾ ਗੌਰਾਂ ਜੀ ਦੇ ਕੁੱਖ ਦੇ ਵਿੱਚੋਂ ਸਨ 1506 ਦੇ ਵਿੱਚ ਕੱਥੂ ਨੰਗਲ ਦੇ ਇਸ ਮਹਾਨ ਇਤਿਹਾਸਿਕ ਨਗਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ ਹੈ, ਉਹਨਾਂ ਦਾ ਆਗਮਨ ਹੁੰਦਾ ਹੈ। ਬਚਪਨ ਦੇ ਵਿੱਚ ਪਰਿਵਾਰ ਜਿਹੜਾ ਸੀ ਉਹ ਬਹੁਤ ਹੀ ਧਾਰਮਿਕ ਰੁਚੀ ਰੱਖਣ ਵਾਲਾ ਸੀ। ਮਾਤਾ ਜੀ ਆਪ, ਮਾਤਾ ਗੌਰਾਂ ਜੀ ਬਹੁਤ ਹੀ ਧਾਰਮਿਕ ਬਿਰਤੀ ਦੇ ਸਨ। ਜਿਹੜੀ ਗੁੜਤੀ ਜਿਹੜੀ ਸੀ ਇਹ ਰੂਹਾਨੀਅਤ ਦੀ ਗੁੜਤੀ ਪਰਿਵਾਰ ਦੇ ਵਿੱਚੋਂ ਵੀ ਮਿਲਣਾ ਸ਼ੁਰੂ ਹੋਈ। ਬਾਬਾ ਬੁੱਢਾ ਸਾਹਿਬ ਜੀ ਦੇ ਪਿਤਾ ਜੀ ਜਿਹੜੇ ਸਨ ਬਾਬਾ ਸੁੱਗਾ ਰੰਧਾਵਾ ਜੀ, ਉਹਨਾਂ ਦਾ ਮਾਲਕਾਨਾ ਜਿਹੜਾ ਸੀ ਉਹ 22 ਪਿੰਡਾਂ ਦੇ ਉੱਪਰ, ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਦਾ 22 ਪਿੰਡਾਂ ਦੇ ਉੱਤੇ ਮਾਲਕਾਨਾ ਚੱਲਦਾ ਸੀ। 22 ਪਿੰਡਾਂ ਦੀ ਮਾਲਕੀ ਸੀ ਉਹਨਾਂ ਦੇ ਕੋਲ। 12 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇਸ ਇਲਾਕੇ ਦੇ ਵਿੱਚ ਆਏ, ਉਦਾਸੀਆਂ ਦੇ ਸਮੇਂ ਦੇ ਦੌਰਾਨ ਜਿਹੜਾ ਸੀ, ਜੇਕਰ ਅਸੀਂ ਅੰਦਾਜ਼ਾ ਲਗਾ ਕੇ ਦੇਖੀਏ ਤਾਂ ਸਨ 1518 ਦੇ ਲਗਭਗ ਜਿਹੜਾ ਇਹ ਸਮਾਂ ਬਣਦਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ। ਜਿਸ ਵੇਲੇ ਦਰਸ਼ਨ ਕੀਤੇ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਵਾਸਤੇ ਆਪਣੇ ਘਰ ਦੇ ਵਿੱਚੋਂ ਕਾੜਨੀ ਦਾ ਜਿਹੜਾ ਸੀ ਉਹ ਗਰਮ ਦੁੱਧ ਜਿਹੜਾ ਸੀ ਉਹ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਪਹੁੰਚੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਾ ਕੇ ਸਨਮੁਖ ਉਹਨਾਂ ਨੇ ਦੁੱਧ ਜਿਹੜਾ ਸੀ ਉਹ ਭੇਟ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਪੁੱਤਰ, ਇਹ ਦੁੱਧ ਸਾਡੇ ਵਾਸਤੇ ਤੁਸੀਂ ਕਿਉਂ ਲੈ ਕੇ ਆਏ ਹੋ? ਅਤੇ ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਨਾਮ ਪਰਿਵਾਰ ਨੇ ਬੂੜਾ ਰੱਖਿਆ ਸੀ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਗੱਲ ਆਖੀ, ਕਹਿਣ ਲੱਗੇ ਕਿ ਜੀ ਆਪ ਸਾਧੂ ਜਨ ਲੱਗਦੇ ਹੋ, ਰੱਬ ਦੇ ਪਿਆਰੇ ਲੱਗਦੇ ਹੋ ਅਤੇ ਮੇਰਾ ਮਨ ਕੀਤਾ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ, ਇਸ ਕਰਕੇ ਮੈਂ ਜਿਹੜਾ ਸੀ ਇਹ ਦੁੱਧ ਆਪ ਜੀ ਦੇ ਵਾਸਤੇ ਲੈ ਕਰਕੇ ਆਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਦੁੱਧ ਵੀ ਛਕਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸਨਮੁਖ ਬਾਬਾ ਬੁੱਢਾ ਜੀ, ਭਾਈ ਬੂੜਾ ਜਾਂ ਸ਼ਬਦ ਵਰਤੀਏ ਅਸੀਂ,
ਸਨਮੁਖ ਬਹਿ ਕਰਕੇ ਤੇ ਬੇਨਤੀ ਵੀ ਇਹ ਕੀਤੀ ਸੀ ਕਿ ਕੋਈ ਰਾਹ ਦੱਸੋ ਕਿ ਜਿਸ ਦੇ ਨਾਲ ਸਾਡਾ ਜਨਮ ਮਰਨ ਜਿਹੜਾ ਹੈ ਉਹ ਕੱਟਿਆ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਤੂੰ ਬੱਚੇ ਅਜੇ ਬਹੁਤ ਛੋਟਾ ਹੈ ਤੇ ਇਸ ਛੋਟੀ ਜਿਹੀ ਉਮਰ ਦੇ ਵਿੱਚ ਤੇਰਾ ਮਨ ਇਹ ਜਨਮ ਮੌਤ ਵਾਲੀਆਂ ਗੱਲਾਂ ਦੇ ਵਿੱਚ ਕਿਉਂ ਪੈ ਗਿਆ, ਕਿਉਂ ਤੂੰ ਸੋਚਦਾ ਹੈ। ਕਹਿੰਦਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹ ਗੱਲ ਆਖੀ। ਕਹਿਣ ਲੱਗੇ ਜੀ ਇੱਕ ਦਿਨ ਅਸੀਂ ਖੇਤਾਂ ਦੇ ਵਿੱਚ ਸਾਂ ਤੇ ਸਰਕਾਰ ਦਰਬਾਰ ਦੇ ਹਾਕਮ ਜਿਹੜੇ ਸਨ ਉਹ ਘੋੜਿਆਂ ਦੇ ਉੱਤੇ ਚੜ੍ਹ ਕੇ ਆਏ। ਸਾਡੀਆਂ ਫਸਲਾਂ ਕੁਝ ਪੱਕੀਆਂ ਹੋਈਆਂ ਸੀ, ਕੁਝ ਦੇ ਅੱਧ ਪੱਕੀਆਂ ਸੀ। ਉਹ ਜ਼ੋਰ ਜ਼ਬਰਦਸਤੀ ਜਿਹੜੀਆਂ ਸੀ ਉਹ ਹਾਕਮ ਜਿਹੜੇ ਸੀ ਉਹ ਫਸਲਾਂ ਜਿਹੜੀਆਂ ਸੀ ਉਹਨਾਂ ਨੂੰ ਵੱਢ ਕੇ ਕੱਟ ਕੇ ਲੈ ਗਏ ਤੇ ਬਹੁਤ ਸਾਰੀ ਫਸਲ ਜਿਹੜੀ ਸੀ ਉਹਨਾਂ ਦੀ ਘੋੜੇ ਦੀਆਂ ਟਾਪਾਂ ਦੇ ਨਾਲ ਮਿੱਧੀ ਗਈ। ਘੋੜੇ ਦੀਆਂ ਟਾਪਾਂ ਨੇ ਉਹ ਫਸਲ ਜਿਹੜੀ ਸੀ ਉਹ ਖਰਾਬ ਕਰ ਦਿੱਤੀ। ਤੇ ਉਸ ਦਿਨ ਮੇਰੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਇਹ ਦੇਖੋ, ਇਹ ਵੀ ਤਾਂ ਇੱਕ ਹਾਕਮ ਹੀ ਹੁੰਦੇ ਆ ਨਾ। ਇਹ ਵੀ ਤਾਂ ਜੋ ਅਸੀਂ ਦੇਖਦੇ ਹਾਂ ਕਿ ਜਿਹੜੇ ਪ੍ਰਮਾਤਮਾ ਵੱਲੋਂ ਜਮਦੂਤ ਭੇਜੇ ਜਾਂਦੇ ਨੇ ਉਹ ਵੀ ਹਾਕਮਾਂ ਦੀ ਤਰ੍ਹਾਂ ਧੱਕੇ ਦੇ ਨਾਲ ਹੀ, ਅਜੇ ਲੋੜ ਭਾਵੇਂ ਪਰਿਵਾਰ ਦੇ ਵਿੱਚ ਕਿੰਨੀ ਮਰਜ਼ੀ ਹੋਵੇ ਪਰ ਉਹ ਰੁਕਦੇ ਨਹੀਂ, ਉਹ ਜੀਵ ਨੂੰ ਲੈ ਜ਼ਰੂਰ ਜਾਂਦੇ ਨੇ। ਸੋ ਇਹ ਜਦੋਂ ਸਾਰੀ ਗੱਲਬਾਤ ਜਿਹੜੀ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਰਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਤੂੰ ਹੈ ਤੇ ਛੋਟਾ ਜਿਹਾ ਬੱਚਾ ਹੈ ਤੇ ਨਾ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਬਜ਼ੁਰਗਾਂ ਵਾਲੀਆਂ ਸਿਆਣਿਆਂ ਵਾਲੀਆਂ ਕਰਦਾ। ਤੇਰਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਹੈ ਜੀ ਬੂੜਾ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਹੀਂ ਤੂੰ ਤੇ ਬੂੜਾ ਨਹੀਂ, ਤੂੰ ਤੇ ਬੁੱਢਾ ਹੈ, ਬਾਬਾ ਬੁੱਢਾ ਹੈ, ਤੂੰ ਤੇ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ। ਸੋ ਉਸ ਦਿਨ ਤੋਂ ਸਿੱਖ ਧਰਮ ਦੇ ਅੰਦਰ ਬਾਬਾ ਬੁੱਢਾ ਜੀ ਦਾ ਨਾਮ ਜਿਹੜਾ ਸੀ ਉਹ ਬਾਬਾ ਬੁੱਢਾ ਜੀ ਕਰਕੇ ਪ੍ਰਚਲਿਤ ਹੋਇਆ ਔਰ ਬਹੁਤ ਹੀ ਸਤਿਕਾਰ ਦੇ ਨਾਲ ਜਿਹੜੀਆਂ ਸੀ ਉਹ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲੈਂਦੀਆਂ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਅਖੀਰਲਾ ਸਮਾਂ ਕਰਤਾਰਪੁਰ ਸਾਹਿਬ ਦੀ ਧਰਤੀ ਜਿਹੜੀ ਅੱਜ ਪਾਕਿਸਤਾਨ ਰਾਵੀ ਦੇ ਕੰਢੇ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਨਗਰ ਵਸਾਉਣਾ ਕੀਤਾ। 18 ਸਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਾਵਨ ਧਰਤੀ ਦੇ ਉੱਤੇ ਬਤੀਤ ਕੀਤੇ ਨੇ। ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਨ ਉਸ ਵੇਲੇ ਉਸ ਪਾਵਨ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹੇ ਤੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਰਹਿ ਕਰਕੇ ਬਹੁਤ ਸਾਰੀ ਸੇਵਾ ਕੀਤੀ। ਜੇਕਰ ਇਹ ਗੱਲ ਆਖ ਲਈ ਜਾਏ ਕਿ ਬਾਬਾ ਬੁੱਢਾ ਸਾਹਿਬ ਜੀ ਉਹ ਯੁੱਗ ਸਨ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਬਾਣੀ ਉਚਾਰਨ ਕਰਦਿਆਂ ਵੀ ਦਰਸ਼ਨ ਕੀਤੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੇਵਾਵਾਂ ਕਰਾਉਂਦਿਆਂ ਵੀ ਦਰਸ਼ਨ ਕੀਤੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਸੀ ਉਹ ਸ਼ਹੀਦੀਆਂ ਦੇਣ ਵੇਲੇ ਤਿਆਰ-ਬਰ ਤਿਆਰ ਹੋ ਕੇ ਜਾਂਦਿਆਂ ਹੋਇਆਂ ਵੀ ਦਰਸ਼ਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇਹ ਸਿੱਖੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਜਿਹੜਾ ਸ਼ਸਤਰਬੰਦ ਇਤਿਹਾਸ ਹੈ, ਜਿੰਦੇ ਵਿੱਚ ਜੰਗਾਂ ਵੀ ਆਈਆਂ, ਜਿੰਦੇ ਵਿੱਚ ਮੀਰੀ ਪੀਰੀ ਦਾ ਸਮਾਂ, ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਸਮਾਂ ਆਇਆ, ਜਾਂ ਸ਼ਸਤਰਧਾਰੀ ਯੁੱਗ ਜਿਹੜਾ ਸੀ ਗੁਰੂ ਸਾਹਿਬਾਨਾਂ ਦਾ, ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੂੰ ਵੀ ਦਰਸ਼ਨ ਉਸ ਸਮੇਂ ਨੂੰ ਵੀ ਕੀਤੇ। ਔਰ ਇਤਿਹਾਸ ਇਹ ਗੱਲ ਆਖਦਾ ਹੈ ਕਿ 6 ਗੁਰੂ ਸਾਹਿਬਾਨ ਬਾਬਾ ਬੁੱਢਾ ਸਾਹਿਬ ਜੀ ਨੇ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ ਔਰ 2 ਗੁਰੂ ਸਾਹਿਬਾਨ ਜਿਨ੍ਹਾਂ ਨੇ ਅਜੇ ਗੁਰਤਾ ਗੱਦੀ ਤੇ ਅਗਲੇ ਸਮੇਂ ਵਿੱਚ ਬੈਠਣਾ, ਜਿਵੇਂ ਗੁਰੂ ਹਰਿਰਾਏ ਸਾਹਿਬ ਬਾਲ ਉਮਰ ਦੇ ਵਿੱਚ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੂੰ ਬਾਲ ਉਮਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇਸ ਤਰ੍ਹਾਂ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਜਿਹੜੇ ਸਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ। 6 ਗੁਰੂ ਸਾਹਿਬਾਨ ਉਹ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਤੇ 2 ਗੁਰੂ ਸਾਹਿਬਾਨ ਉਹ ਜਿਨ੍ਹਾਂ ਨੇ ਇਹਦੇ ਗੁਰਤਾ ਗੱਦੀ ਤੇ ਸਮੇਂ ਦੇ ਅਨੁਸਾਰ ਜਿਹੜਾ ਸੀ ਉਹ ਬੈਠਣਾ ਸੀ। 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ। ਜਿਸ ਵੇਲੇ ਭਾਈ ਲਹਿਣਾ ਜੀ 1532 ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ, ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਰਹਿ ਕਰਕੇ ਤਕਰੀਬਨ 1532 ਤੋਂ ਲੈ ਕੇ ਤੇ 1539 ਤੱਕ ਲਗਾਤਾਰ ਸੇਵਾ ਕੀਤੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮਾਂ ਨੂੰ ਕਮਾਇਆ। ਔਰ ਜਿਸ ਦਿਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਸਨ ਉਹਨਾਂ ਨੇ ਧਾਨਕ ਰੂਪ ਬਣਾਇਆ। ਮਹਾਰਾਜ ਜੀ ਨੇ ਚਮੜੇ ਦਾ ਇੱਕ ਚੋਲਾ ਪਹਿਨਿਆ, ਇੱਕ ਨਾਲ ਜਿਹੜਾ ਸੀ ਇੱਕ ਬਗਲੀ ਪਾਈ, ਹੱਥ ਵਿੱਚ ਡੰਡਾ ਪਕੜ ਲਿਆ, ਕੁਝ ਕੁੱਤੇ ਜਿਹੜੇ ਸੀ ਉਹਨਾਂ ਦੀਆਂ ਰੱਸੀਆਂ ਹੱਥ ਵਿੱਚ ਫੜੀਆਂ ਹੋਈਆਂ ਨੇ ਤੇ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੰਗਲ ਵਾਲੇ ਪਾਸੇ ਨੂੰ ਜਾ ਰਹੇ ਨੇ। ਸੰਗਤਾਂ ਬਹੁਤ ਸਾਰੇ ਸਿੱਖ ਜਿਹੜੇ ਸਨ ਉਹ ਵੀ ਪਿੱਛੇ ਗਏ। ਬਾਬਾ ਬੁੱਢਾ ਸਾਹਿਬ ਜੀ, ਭਾਈ ਲਹਿਣਾ ਜੀ ਉਹ ਵੀ ਨਾਲ ਸਨ। ਇਤਿਹਾਸਕਾਰ ਸਾਖੀਕਾਰ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੁਝ ਪੈਸੇ ਸੁੱਟੇ, ਕੁਝ ਲੋਕ ਜਿਹੜੇ ਸਨ ਉਹ ਪੈਸੇ ਚੁੱਕੇ ਤੇ ਵਾਪਸ ਆ ਗਏ।
सतगुरु महाराज जी ने कईयां नूं जिहड़ा सी डंडे दे नाल मारिया भी ते वो भी वापस चले गए। बाबा बुढ़ा साहब जी ते भाई लैना जी जिहड़े सन वो पिछे गुरु नानक देव जी दे तुरदे गए। बाबा बुढ़ा साहब जी नूं गुरु नानक देव महाराज जी ने कहा, कहन लगे बाबा बुढ़ा जी तुसी वापस चले जाओ। बाबा बुढ़ा साहब जी ने हाथ जोड़ के बेनती की, कहन लगे सच्चे पातशाह महाराज तुहाडे तो दूरी ये हो नहीं सकता कि मैं दूर रह सकां। उस वेले गुरु नानक देव जी ने बड़ी असीस जिहड़ी सी वो दित्ती। वो बड़ी वड्डी असीस ये सी कि बुढ़िया तेथों ओले कदे ना होसां कि मैं किसी भी शरीर विच भावें होवांगा, किसी भी शरीर तो भाव है कि अगले गुरु जामे जदों होणगे ते उस समय जिहड़ा है मैं तेरे तो पर्दा नहीं रखांगा, क्योंकि अगे आपां इतिहास दे विच गल करदे हां कि किवें जिहड़ा सी ये सारा कुछ वापरिया। ते बाबा बुढ़ा साहब जी दी जिहड़ी आसीस गुरु नानक देव महाराज देंदे ने, वो आसीस किवें जिहड़ी सी ये काम कीती जां किवें उस आसीस नूं जिहड़ा सी संगतां ने उस आसीस दा लाभ प्राप्त कीता। गुरु नानक देव महाराज जी का हुक्म मन के बाबा बुढ़ा साहब जी एक दरख्त के पिछे खड़े हो गए। भाई लैना जी अगे गए, जिंदे ते विशेष करके इतिहास के साखी मिलती है कि मुर्दा एक पिया होया सी ते भाई लैने नूं गुरु नानक देव महाराज कहते हैं कि लैनिया तू वापस नहीं गया। तो सतगुरु महाराज जी नूं हथ जोड़ के भाई लैना गुरु अंगद देव महाराज आखते हैं, महाराज जिन्हां दे टिकाने सी चले गए, मेरा टिकाना केवल गुरु नानक है, मेरा घर केवल गुरु नानक है, किस ही कोई मंझ निमानी हिक तूं। गुरु नानक देव महाराज बहुत प्रसन्न हुए तो सतगुरु महाराज जी ने उस वेले आख्या सी, कहने लगे गुरु नानक भी वो घर लभदा पिया है जिथे गुरु नानक सदा वास्ते टिक सके। इस तो बाद गुरता गद्दी मिलती है सन 1539 दे विच। जिस वेले गुरता गद्दी देनी है उस वेले भी बाबा बुढ़ा साहब जी नूं जिहड़ा सी बहुत वड्डा मान दिता गया। और इतिहास दे विच भी ये पहली वारी होया कि गुर चेले रहरास की कि गुरु जिहड़ा सी वो चेले दे जिहड़ा सी अगे नमस्कार करदा है, चेले नूं नमस्कार शीश अगे झुकाउंदा पिया है। और ये पक्की मर्यादा गुरु घर की बन गई कि पहलों गुरु साहिबान अपनी जिहड़ी अगली जोत जिथे टिकाउंदे ने महाराज उस जोत नूं नमस्कार करते हैं ते उस तो बाद विच जिहड़ा है बाबा बुढ़ा साहब जी नमस्कार करते हैं। और गुरु घर की ये मर्यादा ये मान बाबा बुढ़ा साहब जी नूं मिलिया कि गुरता गद्दी का जिहड़ा तिलक सी वो 10 गुरु साहिबाना तक जां ते बाबा बुढ़ा साहब जी ने दिता 6वीं पातशाही तक। उस तो बाद विच भी ये जिहड़ी रस्म सी ये मर्यादा जिहड़ी सी तिलक देण दी गुरियाई दा ये बाबा बुढ़ा साहब जी के परिवार दे विच ही रही। सतगुरु सच्चे पातशाह महाराज गुरता गद्दी बख्शिश करते हैं भाई लैना जी नूं गुरु अंगद देव महाराज जी नूं। उस तो बाद में सतगुरु सच्चे पातशाह महाराज जिहड़े सन खडूर साहब आए तो सतगुरु गुरु अंगद देव महाराज खडूर साहब आउंदे ने ते धन गुरु नानक देव महाराज ज्योति जोत समाउंदे ने। इतिहास हवाला गुरु ग्रंथ साहिब महाराज विच मिलता है कि जोत ओहा जुगत साहे सह काया फिर पलटीए। सो सच्चे पातशाह महाराज जी का हुक्म सी कि तुसीं करतारपुर नहीं रहना, आप जी ने जिहड़ा है वह खडूर साहब की धरती पर चले जाना है। सतगुरु महाराज गुरु अंगद देव जदों खडूर साहब की पावन धरती के उत्ते आउंदे ने ते उस वेले संगतां दा कुछ जिहड़ा सी कुछ लोग विरोध करन वाले सी। सतगुरु महाराज सच्चे पातशाह ने उन्हां दा विरोध देख के धन गुरु अंगद देव महाराज माता सबराई जिन्हों 7 भराई भी आखदे सी कि उनके 7 भरा सन, माता सबराई जी के घर दे विच जाके गुरु अंगद देव महाराज टिक गए और नाल ही हुक्म कर दिता कि किसी नूं आप जी ने दसना नहीं कि असीं इस थां ते हां। बाबा बुढ़ा साहब जी अपने नगर गए हुए सन। कुछ दिनों बाद जो वापस आए तो संगत बहुत ज़्यादा बेबल हो चुकी सी। संगत के मन के विच सी कि सतगुर के दर्शन नहीं हो रहे, गुरु साहब कित्थे होणगे पता किसी नूं भी नहीं है। जो बाबा बुढ़ा साहब जी नूं देखिया तो संगत ने बेनती की, कहन लगे बाबा बुढ़ा साहब जी आप जी नूं गुरु नानक देव जी की आसीस है, बुढ़िया तेथों ओले कदे ना होसां, तेथों पर्दा कदी नहीं होवेगा। बाबा बुढ़ा साहब जी ने गुरु नानक देव महाराज जी की जोत के चरणों के विच अरदास करके संगत नूं नाल लैके गए माता सबराई के घर विच। संगत बाहर बैठिया गुरबानी का कीर्तन करती पई है। बाबा बुढ़ा साहब जी ने माता सबराई जी ने पूछा कि सतगुरां दे दर्शन करने ने। माता सबराई जी ने चुप रहे, उन्होंने कुछ भी उत्तर नहीं दिता। उन्होंने कहा कि मैनूं कुछ पता नहीं। तो बाबा बुढ़ा साहब जी ने यह गल आखी, कहन लगे देखो
ਗੁਰੂ ਅੰਗਦ ਦੇਵ ਮਹਾਰਾਜ ਗੁਰੂ ਜੋਤ ਤੁਹਾਡੇ ਘਰ ਦੇ ਵਿੱਚ ਹੈ। ਸੂਰਜ ਜਿਹੜਾ ਹੈ ਉਹ ਛੁਪਾਇਆ ਛੁਪ ਨਹੀਂ ਸਕਦਾ, ਜਿੰਨੇ ਮਰਜ਼ੀ ਪਰਦੇ ਕੀਤੇ ਜਾਣ, ਜਿੰਨੇ ਮਰਜ਼ੀ ਅਸੀਂ ਜਿਹੜਾ ਅੱਗੇ ਦਰਵਾਜ਼ੇ ਬੰਦ ਕਰ ਦਈਏ, ਖਿੜਕੀਆਂ ਬੰਦ ਕਰ ਦਈਏ, ਸੂਰਜ ਜਿਹੜਾ ਹੈ ਉਹਦਾ ਪ੍ਰਕਾਸ਼ ਬਾਹਰ ਤੱਕ ਜ਼ਰੂਰ ਆਉਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਹੈ, ਉਹਨਾਂ ਨੂੰ ਲੁਕਾਇਆ ਨਹੀਂ ਜਾ ਸਕਦਾ। ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਤੁਹਾਡੇ ਗ੍ਰਹਿ ਵਿੱਚ ਨੇ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਵਿਆਕੁਲ ਹੈ। ਉਸ ਵੇਲੇ ਫਿਰ ਮਾਤਾ ਸਭਰਾਈ ਜੀ ਤਾਂ ਪਿੱਛੇ ਹਟ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਫਿਰ ਜਿਸ ਕਮਰੇ ਦੇ ਵਿੱਚ ਬਿਰਾਜਮਾਨ ਸਨ, ਉੱਥੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਕੀਤੇ ਔਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜ ਆਪ ਆਓ, ਸੰਗਤ ਨੂੰ ਦਰਸ਼ਨ ਦਿਓ। ਔਰ ਸਮੇਂ-ਸਮੇਂ 'ਤੇ ਜਿਹੜਾ ਕੁਝ ਵੀ ਸਿੱਖ ਇਤਿਹਾਸ ਦੇ ਵਿੱਚ ਕਾਰਨ ਕੁਝ ਬਣੇ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਨੇ। ਔਰ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਜਿਸ ਵੇਲੇ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਨੇ ਅਤੇ ਬਾਬਾ ਦਾਤੂ ਜੀ ਜਿਹੜੇ ਸਨ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਵਿਰੋਧ ਕੀਤਾ। ਗੁਰੂ ਅਮਰਦਾਸ ਮਹਾਰਾਜ ਆਪਣੇ ਆਸਣ 'ਤੇ ਬੈਠੇ ਸਨ, ਉਹਨਾਂ ਨੂੰ ਲੱਤ ਵੀ ਮਾਰ ਦਿੱਤੀ। ਮਹਾਰਾਜ ਇਤਿਹਾਸਕਾਰ ਲਿਖਦੇ ਨੇ ਕਿ ਤਖਤ ਤੋਂ ਜਿਹੜਾ ਸੀ ਉਹ ਥੱਲੇ ਵੀ ਡਿੱਗੇ, ਪਰ ਉੱਠਦਿਆਂ ਹੀ ਬਾਬਾ ਦਾਤੂ ਜੀ ਦੇ ਜਿਹੜੇ ਸਨ ਗੁਰੂ ਅਮਰਦਾਸ ਜੀ ਨੇ ਚਰਨ ਘੁੱਟ ਕੇ ਫੜ ਕੇ ਆਖਿਆ ਸੀ, ਤੁਹਾਡੇ ਪੈਰਾਂ ਨੂੰ ਕੋਈ ਸੱਟ ਤਾਂ ਨਹੀਂ ਲੱਗੀ, ਕਿਉਂਕਿ ਮੈਂ ਬਜ਼ੁਰਗ ਹੋ ਗਿਆ, ਮੇਰੀਆਂ ਹੱਡੀਆਂ ਕਠੋਰ ਹੋ ਗਈਆਂ ਹੋਣਗੀਆਂ ਅਤੇ ਤੁਹਾਡੇ ਚਰਨ ਕੋਮਲ ਨੇ, ਗੁਰੂ ਦੀ ਜੋਤ ਦੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਆਪ ਜੀ ਸਾਹਿਬਜ਼ਾਦੇ ਹੋ। ਅਤੇ ਉਸ ਵੇਲੇ ਬਾਬਾ ਦਾਸੂ ਜੀ ਜਿਹੜੇ ਸਨ, ਉਹਨਾਂ ਨੇ ਗੁੱਸੇ ਦੇ ਵਿੱਚ ਇਹ ਬਚਨ ਕਹੇ ਸੀ, ਕਹਿਣ ਲੱਗੇ ਕਿ ਤੁਸੀਂ ਇੱਥੇ ਨਹੀਂ ਟਿਕਣਾ, ਇਹ ਸਾਡਾ ਹੱਕ ਬਣਦਾ ਹੈ, ਤੁਸੀਂ ਇੱਥੋਂ ਵਾਪਸ ਚਲੇ ਜਾਓ। ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਬਾਸਰ ਕੇ ਗਿੱਲਾਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਨਗਰ ਦੇ ਵਿੱਚ ਆਏ ਔਰ ਬਾਸਰ ਕੇ ਗਿੱਲਾਂ ਦੇ ਵਿੱਚ ਅਸਥਾਨ ਗੁਰਦੁਆਰਾ ਸੰਨ ਸਾਹਿਬ ਜਿਸ ਦੇ ਅਸੀਂ ਦਰਸ਼ਨ ਕਰਦੇ ਹਾਂ, ਉਸ ਅਸਥਾਨ 'ਤੇ ਮਹਾਰਾਜ ਨੇ ਇੱਕ ਕਮਰੇ ਦੇ ਵਿੱਚ ਜਿਹੜਾ ਸੀ ਦਰਵਾਜ਼ੇ ਨੂੰ ਵੀ ਲੇਪ ਪੂਰਾ ਕਰਵਾ ਦਿੱਤਾ ਕਿ ਦਰਵਾਜ਼ਾ ਵੀ ਨਾ ਕੋਈ ਖੋਲ੍ਹੇ, ਅਤੇ ਤਖਤੀ ਬਾਹਰ ਲਿਖ ਕੇ ਲਾ ਦਿੱਤੀ ਕਿ ਜਿਹੜਾ ਦਰਵਾਜ਼ਾ ਖੋਲ੍ਹ ਕੇ ਅੰਦਰ ਆਵੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ। ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਵੇਲੇ ਵੀ ਸੰਗਤਾਂ ਨੇ ਬੇਨਤੀ ਕੀਤੀ ਕਿ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਸੀਸ ਹੈ ਕਿ ਬੁੱਢਿਆ ਤਿੱਥੋਂ ਓਲੇ ਕਦੇ ਨਾ ਹੋਸਾਂ। ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਤਾ ਨਹੀਂ ਅੰਮ੍ਰਿਤ ਵੇਲੇ ਦੇ ਕਿੱਥੇ ਚਲੇ ਗਏ ਨੇ, ਸਾਨੂੰ ਪਤਾ ਕੁਝ ਨਹੀਂ ਲੱਗਦਾ ਪਿਆ, ਅਤੇ ਆਪ ਕਿਰਪਾ ਕਰੋ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜਿਸ ਘੋੜੀ ਦੀ ਸਵਾਰੀ ਕਰਦੇ ਸੀ, ਉਹ ਘੋੜੀ ਫਿਰ ਵਾਪਸ ਗੋਇੰਦਵਾਲ ਸਾਹਿਬ ਆ ਚੁੱਕੀ ਸੀ। ਸਤਿਗੁਰੂ ਮਹਾਰਾਜ ਜੀ ਦੀ ਉਸ ਘੋੜੀ ਨੂੰ ਸ਼ਿੰਗਾਰਿਆ ਗਿਆ। ਪਿੱਛੇ ਸੰਗਤ ਜਿਹੜੀ ਸੀ ਉਹ ਸ਼ਬਦ ਪੜ੍ਹਦਿਆਂ ਤੁਰੀ ਜਾ ਰਹੀ ਅਤੇ ਅੱਗੇ ਘੋੜੀ ਚੱਲਦੀ ਪਈ ਹੈ। ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਨਾਲ ਸ਼ਬਦ ਪੜ੍ਹਦਿਆਂ ਬਾਸਰ ਕੇ ਨਗਰ ਵਿੱਚ ਪਹੁੰਚੇ, ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ। ਉਸ ਕਮਰੇ ਦੇ ਬਾਹਰ ਪਹੁੰਚ ਕਰਕੇ ਬਾਬਾ ਬੁੱਢਾ ਸਾਹਿਬ ਨੇ ਸੰਗਤ ਨੂੰ ਕਿਹਾ ਕਿ ਆਪ ਜੀ ਨੇ ਇੱਥੇ ਬੈਠ ਕਰਕੇ ਬਾਣੀ ਜ਼ਰੂਰ ਪੜ੍ਹਨੀ ਹੈ, ਬਾਣੀ ਦਾ ਕੀਰਤਨ ਕਰੀ ਜਾਣਾ। ਸੰਗਤਾਂ ਸ਼ਬਦ ਪੜ੍ਹਦੀਆਂ ਰਹੀਆਂ ਅਤੇ ਬਾਬਾ ਬੁੱਢਾ ਸਾਹਿਬ ਜੀ ਜਿਹੜੀ ਜੁਗਤੀ ਸਿੱਖੀ ਦੇ ਵਿੱਚ ਦਿੱਤੀ ਹੈ ਕਿ ਸੰਨ ਲਾਉਣ ਦੀ ਜੁਗਤੀ, ਕਿਉਂਕਿ ਵਿਕਾਰ ਜਿਹੜੇ ਨੇ ਉਹ ਸਾਡੇ ਅੰਦਰ ਨੂੰ ਜਿਹੜਾ ਹੈ ਉਹ ਖਰਾਬ ਕਰਦੇ ਨੇ ਅਤੇ ਗੁਰੂ ਤੱਕ ਪਹੁੰਚਣਾ ਹੈ ਅਤੇ ਇਹ ਮਨ ਨੂੰ ਸੰਨ ਸਾਨੂੰ ਲਾਉਣੀ ਪਏਗੀ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਉਸ ਕਮਰੇ ਦੇ ਪਿਛਲੇ ਪਾਸੇ ਇੱਕ ਕੰਧ ਨੂੰ ਥੋੜ੍ਹਾ ਪਾੜ ਕੇ ਸੰਨ ਲਾ ਲਈ, ਉਹਦੇ ਵਿੱਚ ਛੇਕ ਕੰਧ ਦੇ ਵਿੱਚ ਕੀਤਾ। ਅੰਦਰ ਲੰਘ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਆਪ ਬਾਹਰ ਦਰਸ਼ਨ ਸੰਗਤ ਨੂੰ ਦਿਓ, ਸੰਗਤ ਬਹੁਤ ਉਤਾਵਲੀ ਹੈ ਦਰਸ਼ਨਾਂ ਨੂੰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਗੱਲ ਆਖੀ ਸੀ ਕਿ ਅਸੀਂ ਬਾਹਰ ਲਿਖ ਕੇ ਵੀ ਲਗਵਾਇਆ ਸੀ, ਤੁਸੀਂ ਸਾਡਾ ਹੁਕਮ ਨਹੀਂ ਮੰਨਿਆ, ਤੁਸੀਂ ਅੰਦਰ ਕਿਵੇਂ ਆਏ ਹੋ? ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਮਹਾਰਾਜ ਉਹ ਸਿੱਖ ਕਾਦਾ ਜਿਹੜਾ ਗੁਰੂ ਦਾ ਹੁਕਮ ਨਾ ਮੰਨੇ। ਸੱਚੇ ਪਾਤਸ਼ਾਹ ਮਹਾਰਾਜ ਮੈਂ ਦਰਵਾਜ਼ਾ ਖੋਲ੍ਹ ਕੇ ਨਹੀਂ ਆਇਆ, ਮੈਂ ਸੰਨ ਲਾ ਕਰਕੇ ਪਿੱਛੋਂ ਕੰਧ ਨੂੰ ਪਾੜ ਕਰਕੇ ਅੰਦਰ ਆਪ ਜੀ ਦੇ ਦਰਸ਼ਨਾਂ ਵਾਸਤੇ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਅਸੀਸਾਂ ਉਸ ਵੇਲੇ ਵੀ ਦਿੱਤੀਆਂ ਅਤੇ ਮਹਾਰਾਜ ਨੇ ਇਹ ਵੀ ਕਿਹਾ ਸੀ, ਕਹਿਣ ਲੱਗੇ ਕਿ ਤੁਹਾਡੀ ਸਿੱਖੀ ਜਿਹੜੀ ਹੈ ਉਹ ਜੋ ਤੁਸੀਂ ਗੁਰੂ ਨਾਨਕ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਇਹ ਸਿੱਖੀ ਹਮੇਸ਼ਾ ਰਹਿੰਦੀ ਦੁਨੀਆ ਤੱਕ ਲੋਕਾਂ ਦਾ ਮਾਰਗਦਰਸ਼ਨ ਕਰੇਗੀ। ਜਿੱਥੋਂ ਆਪ ਦੀ ਸੰਨ ਲਾ ਕੇ ਆਇਓ, ਜਿਹੜਾ ਵੀ ਉਸ ਸੰਨ ਥਾਣੀ ਅੰਦਰ ਆਵੇਗਾ ਉਹਨੂੰ ਜਿਹੜਾ ਜਨਮ ਮਰਨ ਦਾ ਗੇੜ ਤੋਂ ਉਹ ਮੁਕਤ ਹੋ ਜਾਵੇਗਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ 'ਤੇ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀਆਂ। ਜਦੋਂ ਅੰਮ੍ਰਿਤਸਰ ਨਗਰ ਵਸਾਉਣਾ ਕੀਤਾ, ਸਤਿਗੁਰੂ ਮਹਾਰਾਜ ਗੁਰੂ
ਅਮਰਦਾਸ ਜੀ ਨੇ ਆਪ ਅੰਮ੍ਰਿਤਸਰ ਨਗਰ ਦੀ ਜਿਹੜੀ ਸੀ ਉਹ ਮੋੜੀ ਕੱਢਣਾ ਕੀਤੀ। ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਦੀ ਸੇਵਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ ਸੀ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਨੇ ਮੋੜੀ ਗੱਡੀ ਤੇ ਅਰਦਾਸ ਜਿਹੜੀ ਸੀ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਕੀਤੀ ਸੀ, ਜਿਸ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਦੇਣ ਲੱਗੇ ਨੇ, ਤੇ ਪੱਗ ਦਸਤਾਰ ਜਿਹੜੀ ਸੀ ਗੁਰਤਾ ਦੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ 'ਚੋਂ ਪ੍ਰਿਥੀ ਚੰਦ ਨੇ ਖੋਈ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ ਸਨ, ਕਾਹੇ ਪੂਤ ਚਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਪੱਗ ਮੰਗਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਉਸ ਵੇਲੇ ਪ੍ਰਿਥੀ ਚੰਦ ਜਿਹੜਾ ਸੀ ਉਹਨੇ ਬਹੁਤ ਸਾਰਾ ਵਿਰੋਧ ਕੀਤਾ। ਸੰਗਤ ਦਾ ਜਿੰਨੀ ਕਾਰਪੇਟਾਂ ਆਉਣੀ ਉਹ ਸਾਰੀ ਹੀ ਕਾਰਪੇਟ ਆਪਣੇ ਕੋਲ ਰੱਖ ਲੈਣੀ, ਤੇ ਲੰਗਰ ਜਿਹੜੇ ਸੀ ਹੌਲੀ ਹੌਲੀ ਮਸਤਾਨੇ ਹੋਏ, ਜਿਸ ਲੰਗਰ ਦੇ ਵਿੱਚ ਕਦੇ ਖੀਰ, ਘਿਓ ਵਾਲੀ ਖੀਰ ਜਿਹੜੀ ਸੀ ਸੰਗਤਾਂ ਨੂੰ ਵਰਤਾਈ ਜਾਂਦੀ ਸੀ, ਉੱਥੇ ਸੁੱਖੇ ਮਿੱਸੇ ਪ੍ਰਸ਼ਾਦੇ ਜਿਹੜੇ ਸੀ ਉਹ ਸੰਗਤ ਦੇ ਵਾਸਤੇ ਬਣਨੇ ਸ਼ੁਰੂ ਹੋ ਗਏ। ਭਾਈ ਗੁਰਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਸ ਵੇਲੇ ਵੀ ਸੰਗਤਾਂ ਨੂੰ ਬਹੁਤ ਜ਼ਿਆਦਾ ਸੁਚੇਤ ਕੀਤਾ ਕਿ ਭੁੱਲੀਏ ਸੰਗਤੇ, ਕਿਤੇ ਭੁੱਲਿਓ ਨਾ ਰਹਿਓ, ਜਿਹੜੀ ਗੁਰੂ ਜੋਤ ਹੈ ਉਹ ਪ੍ਰਿਥੀ ਚੰਦ ਨਹੀਂ ਹੈ, ਗੁਰੂ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਹਨ। ਪਿਪਲੀ ਸਾਹਿਬ ਦੇ ਸਥਾਨ 'ਤੇ ਜਾ ਕਰਕੇ ਸੰਗਤ ਨੂੰ ਪ੍ਰੇਰਿਤ ਕੀਤਾ, ਹੋਕਾ ਦਿੱਤਾ। ਗੁਰੂ ਕਾ ਲੰਗਰ ਫਿਰ ਉਸੇ ਤਰ੍ਹਾਂ ਬਹਾਲ ਹੋਏ, ਉਸੇ ਤਰ੍ਹਾਂ ਜਿਹੜੀਆਂ ਅਸੀਂ ਸੰਗਤਾਂ ਨੇ ਸੇਵਾਵਾਂ ਕੀਤੀਆਂ। ਸ਼ਹਾਦਤ ਦਾ ਯੁੱਗ ਬਾਬਾ ਬੁੱਢਾ ਸਾਹਿਬ ਜੀ ਨੇ ਦੇਖਿਆ, ਸ਼ਹਾਦਤ ਦੇ ਸਮੇਂ ਨੂੰ ਦੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਬੀੜ ਦੀ ਸੰਪਾਦਨਾ ਕੀਤੀ, ਪੋਥੀ ਸਾਹਿਬ ਦੀ ਆਦਿ ਗ੍ਰੰਥ ਦੀ ਸੰਪਾਦਨਾ ਹੋਈ, ਉਸ ਵੇਲੇ ਵੀ ਸਮੁੱਚਾ ਪ੍ਰਬੰਧ ਜਿਹੜਾ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਨ ਉਹ ਦੇਖਦੇ ਸੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਉਸ ਵੇਲੇ ਬੀੜ ਸਾਹਿਬ ਦੀ ਸੰਪਾਦਨਾ ਭਾਈ ਗੁਰਦਾਸ ਸਾਹਿਬ ਜੀ ਤੋਂ ਕਰਾਉਂਦੇ ਸੀ। ਤੇ ਜਿਸ ਦਿਨ ਬੀੜ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਕਰਨਾ ਸੀ, ਤੇ ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਦੇਖੋ ਮਾਨ ਪਹਿਲੋਂ ਪ੍ਰਾਪਤ ਹੋਇਆ, ਬੁੱਢਿਆ ਤਿੱਥੋਂ ਓਲੇ ਕਦੇ ਨਾ ਹੋਸਾਂ। ਫਿਰ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਦੇਣ ਦਾ ਜਿਹੜਾ ਮਾਨ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਜਿਸ ਦਿਨ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਅਸੀਂ ਮਨਾਉਂਦੇ ਹਾਂ, 1604 ਦੇ ਵਿੱਚ ਜਦੋਂ ਇਹ ਸੰਪਾਦਨਾ ਸੰਪੂਰਨ ਹੋਈ, ਰਾਮਸਰ ਦੇ ਅਸਥਾਨ ਦੇ ਉੱਤੋਂ ਜਦੋਂ ਨਗਰ ਕੀਰਤਨ ਤਿਆਰ ਕੀਤਾ ਗਿਆ, ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਬਿਲਕੁਲ ਪਿੱਛੇ ਖੜੇ ਨੇ। ਸਾਰੀ ਰਾਤ ਉੱਥੇ ਦੀਵਾਨ ਚੱਲਿਆ। ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜਾ ਸੀ ਉਹ ਹੁਕਮ ਕੀਤਾ, ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਿ ਇਹ ਪੋਥੀ ਸਾਹਿਬ ਜਿਹੜੀ ਹੈ ਇਹ ਤੁਸੀਂ ਆਪਣੇ ਸੀਸ ਦੇ ਉੱਪਰ ਜਿਹੜਾ ਹੈ ਸੁਭਾਇਮਾਨ ਕਰੋ। ਪੋਥੀ ਸਾਹਿਬ ਨੂੰ ਸੀਸ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਇਮਾਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਚੌਰ ਕਰਦੇ ਨੇ, ਤੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਸੀ ਰਾਮਸਰ ਤੋਂ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਗ੍ਰੰਥ ਦਾ ਜਿਹੜਾ ਸੀ ਉਹ ਸਰੂਪ ਲੈ ਕੇ ਆਂਦਾ ਗਿਆ। ਅੱਜ ਵੀ ਉਵੇਂ ਹੀ ਨਗਰ ਕੀਰਤਨ ਕੱਢਿਆ ਜਾਂਦਾ ਹੈ, ਤੇ ਉਹ ਮਰਿਆਦਾ ਜਿਹੜੀ ਹੈ ਬਿਲਕੁਲ ਰਵਾਇਤਾਂ ਕਾਇਮ ਰੱਖੀਆਂ ਗਈਆਂ। ਹਰਿਮੰਦਰ ਸਾਹਿਬ ਦੇ ਅੰਦਰ ਜਿਸ ਵੇਲੇ ਪ੍ਰਕਾਸ਼ ਕੀਤਾ ਗਿਆ, ਮੰਜੀ ਸਾਹਿਬ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਜਿਹੜਾ ਸੀ ਉਹ ਮਾਨ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਤਾਬਿਆਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੈਠੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਬਚਨ ਕਹੇ, ਇਤਿਹਾਸ ਲਿਖਦਾ ਹੈ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ਾ ਸੁਨੇ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ। ਉਸ ਵੇਲੇ ਹੁਕਮਨਾਮਾ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਸ ਵੇਲੇ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਸੰਗਤ ਵਿੱਚ ਕਰਤਾਰਪੁਰ ਸਾਹਿਬ ਰਹੇ ਹੋ, ਤੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿੱਤ ਦੀ ਮਰਿਆਦਾ ਸੀ ਕਿ ਆਸਾ ਦੀ ਵਾਰ ਦਾ ਕੀਰਤਨ ਹੋਣਾ, ਜਪਜੀ ਸਾਹਿਬ ਦਾ ਪਾਠ ਹੋਣਾ, ਸੋਦਰ ਗਾਉਣੀ, ਸੋਹਿਲਾ ਸਾਹਿਬ ਦਾ ਪਾਠ ਹੋਣਾ। ਇੱਕ ਵਾਰੀ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਦੇ ਵਿੱਚ ਜਪਜੀ ਸਾਹਿਬ ਪੜ੍ਹਦੇ ਹੁੰਦੇ ਸੀ, ਇੱਕ ਵਾਰੀ ਅੱਜ ਹਰਿਮੰਦਰ ਸਾਹਿਬ ਦੇ ਅੰਦਰ ਵੀ ਆਪ ਜੀ ਪੜ੍ਹੋ, ਉਸੇ ਤਰ੍ਹਾਂ ਜਿੱਦਾਂ ਗੁਰੂ ਨਾਨਕ ਪੜ੍ਹਿਆ ਕਰਦੇ ਸੀ। ਤੇ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਸੀ ਉਹ ਅੰਮ੍ਰਿਤ ਜਿਹੜਾ ਉਸ ਸਮੇਂ ਦਾ ਪ੍ਰਕਾਸ਼ ਦੇ ਸਮੇਂ ਅੰਮ੍ਰਿਤਮਈ ਬਾਣੀ ਜਿਹੜੀ ਸੀ ਜਪਜੀ ਸਾਹਿਬ ਦਾ ਪਾਠ ਉਸ ਵੇਲੇ ਕੀਤਾ। ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਹਿਨਾਈਆਂ ਬਾਬਾ ਬੁੱਢਾ ਸਾਹਿਬ ਜੀ ਨੇ। ਅਕਾਲ ਤਖਤ ਦੀ ਸਿਰਜਣਾ ਕੀਤੀ ਗਈ। ਇਤਿਹਾਸ ਦੇ ਬਚਨ ਨੇ ਕਿਸੇ ਰਾਜ ਨਾ ਹਾਥ ਲਗਾਇਓ, ਬੁੱਢਾ ਉਹ ਗੁਰਦਾਸ ਬਣਾਇਓ। ਤੇ ਅਖੀਰਲਾ ਜਿਹੜਾ ਸਮਾਂ ਸੀ ਜਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਬੰਦੀ ਛੋੜ ਦਿਵਸ ਮਨਾਉਣਾ ਹੈ,
ਧੰਨ ਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ ਜਦੋਂ ਕੈਦ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਬਜ਼ੁਰਗ ਅਵਸਥਾ ਦੇ ਵਿੱਚ ਤਕਰੀਬਨ 100 ਸਾਲ ਦੇ ਕਰੀਬ ਉਮਰ ਪਹੁੰਚ ਚੁੱਕੀ ਆ ਤੇ ਚੌਂਕੀ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਗਵਾਲੀਅਰ ਪਹੁੰਚੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਅਸੀਸ ਬਖਸ਼ੀ ਸੀ ਕਿ ਆਪ ਜੀ ਅੰਮ੍ਰਿਤਸਰ ਜਾਓ, ਚੌਂਕੀਆਂ ਉੱਥੇ ਜਾ ਕੇ ਕੱਢੋ, ਅਸੀਂ ਹਰ ਚੌਂਕੀ ਦੇ ਵਿੱਚ ਆਪ ਸ਼ਾਮਲ ਹੋਵਾਂਗੇ ਤੇ ਅੱਜ ਵੀ ਉਸੇ ਤਰ੍ਹਾਂ ਚੌਂਕੀਆਂ ਕੱਢੀਆਂ ਜਾਂਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤਸਰ ਪਹੁੰਚਣ ਦੀ ਖੁਸ਼ੀ ਵਿੱਚ ਫਿਰ ਦੀਪਮਾਲਾ ਜਿਹੜੀ ਸੀ ਉਹ ਵੀ ਕੀਤੀ, ਜਿਹਨੂੰ ਅੱਜ ਵੀ ਅਸੀਂ ਬੰਦੀ ਛੋੜ ਦਿਵਸ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਮਨਾਵਾਂਗੇ। ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸਮਾਂ ਜਿਹੜਾ ਸੀ ਉਹ ਰਮਦਾਸ ਦੀ ਧਰਤੀ ਤੇ ਬੀਤਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੰਨ 1631 ਦੇ ਵਿੱਚ ਅੰਤਮ ਸਮਾਂ ਬਤੀਤ ਕੀਤਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੇ ਪੁੱਤਰ ਭਾਨੇ ਦੀ ਬਾਂਹ ਫੜਾ ਕੇ ਸਤਿਗੁਰੂ ਮਹਾਰਾਜ ਜੀ ਨੂੰ ਆਖਿਆ ਸੀ, ਮਹਾਰਾਜ ਜਿਵੇਂ ਮੇਰੇ ਤੇ ਆਪ ਜੀ ਨੇ ਕਿਰਪਾ ਕੀਤੀ ਇਵੇਂ ਹੀ ਮੇਰੇ ਪਰਿਵਾਰ ਦੇ ਉੱਪਰ ਵੀ ਕਿਰਪਾ ਕਰਿਓ ਮੈਨੂੰ ਸਿੱਖੀ ਕਮਾਉਣੀ ਆ ਸਕੇ। ਸਤਿਗੁਰੂ ਮਹਾਰਾਜ ਸਿੱਖੀ ਕਮਾਉਂਦਿਆਂ ਹੋਇਆਂ ਜੋ ਮੇਰੇ ਤੋਂ ਭੁੱਲਾਂ ਹੋ ਗਈਆਂ ਉਹ ਖਿਮਾ ਕਰ ਦਿਓ। 125 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਸਿੱਖੀ ਕਮਾਈ, ਸਿੱਖੀ ਦੀ ਸੇਵਾ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਰਮਦਾਸ ਦੀ ਧਰਤੀ ਤੇ ਅੰਤਮ ਸਮਾਂ ਜਿਹੜਾ ਸੀ ਉਹ ਬਤੀਤ ਕੀਤਾ। ਅੱਜ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਔਰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਕਿਤੇ ਸਾਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਵਾਂਗ ਸਿੱਖੀ ਕਮਾਉਣੀ ਆ ਜਾਵੇ। ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਣਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਵੀ ਅਰਦਾਸ ਕਰਨੀ। ਸੋ ਬਾਬਾ ਬੁੱਢਾ ਸਾਹਿਬ ਜੀ ਵਰਗਾ ਜੀਵਨ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਜੀਵਨ ਸਾਡਾ ਬਣ ਸਕੇ ਜੀ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਨਵਾਂ ਪ੍ਰੋਗਰਾਮ ਲੈ ਕੇ ਆਪ ਜੀ ਦੇ ਸਨਮੁਖ ਫਿਰ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।